10-11 ਦਿਨ ਬਾਅਦ ਅੱਜ ਸਤੀਸ਼ ਨੇ ਆਪਣੇ ਡੈਡੀ ਦੀਆਂ ਸਾਰੀਆਂ ਅੰਤਿਮ ਰਸਮਾਂ ਨਿਭਾ ਕੇ ਸੁੱਖ ਦਾ ਸਾਹ ਲਿਆ। ਪਿਛਲੇ ਐਸੇ ਦਿਨਾਂ ਤੋਂ ਸਵਰਨ ਪੁੱਤ ਬਣ ਕੇ ਉਸਨੂੰ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਹ ਆਪਣੇ ਮੋਢਿਆਂ ਤੇ ਡੈਡੀ ਦੀ ਲਾਸ਼ ਹੀ ਨਹੀਂ, ਆਪਣੀ ਲਾਸ਼ ਵੀ ਢੋਈ ਫਿਰਦਾ ਹੋਵੇ। ਜਿਸ ਬੰਦੇ ਨੂੰ ਮਣਾ ਮੂੰਹੀ ਨਫ਼ਰਤ ਕਰਦੇ ਹੋਈਏ ਲੋਕ ਲੱਜਾ ਨੂੰ ਸਾਰਿਆਂ ਸਾਹਮਣੇ ਉਸਦੀਆਂ ਸਿਫਤਾਂ ਦੇ ਪੁੱਲ ਬੰਨਣੇ ਕਿਹੜਾ ਸੌਖਾ ਕੰਮ ਹੈ। ਡੈਡੀ ਦੀ ਮੌਤ ਦੇ ਕਾਰਨ ਬਾਰੇ ਝੂਠ ਬੋਲ ਉਹ ਅੱਕ ਗਿਆ ਸੀ, ਪਰ ਫਿਰ ਵੀ ਉਸਨੂੰ ਤਸੱਲੀ ਸੀ ਕਿ ਕਿਸੇ ਨੇ ਵੀ ਉਸਦੀ ਗੱਲ ਤੇ ਸ਼ੱਕ ਨਹੀਂ ਕੀਤਾ ਸੀ ਤੇ ਹਾਰਟ ਅਟੈਕ ਸ਼ਬਦ ਉਸਨੂੰ ਪਹਿਲੀ ਵਾਰ ਜ਼ਿੰਦਗੀ 'ਚ ਚੰਗਾ ਲੱਗਿਆ ਸੀ। ਜੋ ਵੀ ਅਫਸੋਸ ਕਰਨ ਆਉਂਦਾ ਹਰ ਕੋਈ ਉਸਦੇ ਡੈਡੀ ਦੇ ਸੋਹਲੇ ਗਾਉਂਦਾ, ਪਰ ਸੁਣ ਕੇ ਉਸਦੇ ਕਾਲਜੇ ਠੰਡ ਪੈਣ ਦੀ ਜਗ੍ਹਾ ਅੱਗ ਮੱਚ ਜਾਂਦੀ। ਉਸ ਅੱਗ ਨੂੰ ਕਿਵੇਂ ਕਾਬੂ ਰੱਖਦਾ ਸੀ ਇਹ ਤਾਂ ਉਹੀ ਜਾਣਦਾ ਸੀ ਜਾਂ ਪਰਮਾਤਮਾ। ਕਈ ਵਾਰ ਉਸਦਾ ਦਿਲ ਕਰਦਾ ਬਹੁਤੀ ਗੁੱਡੀ ਚੜਾਉਣ ਵਾਲੇ ਨੂੰ ਗੁਲਾਮੇ ਤੋਂ ਫੜ ਲਵੇ ਤੇ ਕਹੇ, ਕਿਹੜੇ ਬੰਦੇ ਦੀਆਂ ਗੱਲਾਂ ਕਰਦੇ ਹੋ, ਜਿਸ ਨੂੰ ਟੀਸੀ ਚੜਾਈ ਜਾਂਦੇ ਹੋ ਉਹ ਤਾਂ ਜਮਾ ਗਰਕਿਆ ਹੋਇਆ ਬੰਦਾ ਸੀ, ਜਿਹੜਾ ਅੱਧੀ ਰਾਤ ਨੂੰ, ਜਿਸ ਦਿਨ ਸੁਨੀਤਾ ਨੇ ਦੱਸਿਆ ਸੀ ਕਿ ਡੈਡੀ ਜੀ ਦੀਆਂ ਹਰਕਤਾਂ ਮੈਨੂੰ ਠੀਕ ਨਹੀਂ ਲੱਗਦੀਆਂ, ਉਹ ਰਾਤ ਨੂੰ ਆਪਣੇ ਕਮਰੇ ਦੇ ਆਲੇ ਦੁਆਲੇ ਹੀ ਫਿਰਦੇ ਰਹਿੰਦੇ ਨੇ। ਉਸਨੂੰ ਯਕੀਨ ਨਾ ਆਇਆ ਤੇ ਉਸਨੇ ਸੁਨੀਤਾ ਨੂੰ ਕਿਹਾ, ਨਹੀਂ ਤੈਨੂੰ ਕੋਈ ਗਲਤਫਹਿਮੀ ਹੋਈ ਲੱਗਦੀ ਹੈ। ਗਲਤਫਹਿਮੀ ਕਿੰਨੀ ਆਸਾਨੀ ਨਾਲ ਕਹਿ ਦਿੱਤਾ ਤੁਸੀਂ। ਹੋਰ ਦੱਸਾਂ, ਕਈ ਵਾਰ ਜਦੋਂ ਮੈਂ ਰਸੋਈ 'ਚ ਹੁੰਦੀ ਹਾਂ ਮੇਰੇ ਮਗਰ ਖੜੇ ਹੋਣਗੇ, ਇੱਕਦਮ ਮੈਂ ਡਰ ਜਾਂਦੀ ਹਾਂ, ਪੁੱਛਣ ਤੇ ਕਹਿਣਗੇ, ਬਹੂ ਚਾਹ ਪੀਣੀ ਹੈ? ਫਿਰ ਚਾਹ ਪੀਣੀ ਹੁੰਦੀ ਹੋਵੇਗੀ। ਹਾਲੇ 10 ਮਿੰਟ ਪਹਿਲਾਂ ਤਾਂ ਉਹਨਾਂ ਕੋਲੋਂ ਚਾਹ ਦਾ ਕੱਪ ਚੁੱਕ ਕੇ ਲੈ ਕੇ ਆਈ ਹੁੰਦੀ ਹਾਂ। ਜਦੋਂ ਦੇ ਮੰਮੀ ਸਵਰਗਵਾਸ ਹੋਏ ਨੇ ਮੈਨੂੰ ਉਹਨਾਂ ਦੇ ਲੱਛਣ ਠੀਕ ਨਹੀਂ ਲੱਗਦੇ। ਕਹਿੰਦੇ ਸੁਨੀਤਾ ਨੇ ਅੱਖਾਂ ਭਰ ਲਈਆਂ ਸਨ। ਤੈਨੂੰ ਯਾਰ ਭੁਲੇਖਾ ਲੱਗਿਆ ਹੋਣਾ ਹੈ। ਸਤੀਸ਼ ਦਾ ਮਨ ਫਿਰ ਵੀ ਮੰਨਣ ਲਈ ਤਿਆਰ ਨਹੀਂ ਸੀ। ਕੋਈ ਭੁਲੇਖਾ ਨਹੀਂ ਪਿਆ, ਇਸ ਵਾਰ ਸੁਨੀਤਾ ਨੇ ਬੜੀ ਸਖਤੀ ਨਾਲ ਕਿਹਾ ਸੀ। ਸਤੀਸ਼ ਨੂੰ ਯਕੀਨ ਨਾ ਆਇਆ। ਪਹਿਲਾਂ ਤਾਂ ਉਸਨੇ ਇਹ ਗੱਲ ਹਾਸੇ 'ਚ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਸੁਨੀਤਾ ਨੇ ਇੱਕੋ ਗੱਲ ਵਾਰ-ਵਾਰ ਕਹੀ ਤਾਂ ਉਹ ਖਿਝ ਗਿਆ ਤੇ ਉਸਨੇ ਸੁਨੀਤਾ ਨੂੰ ਥੋੜਾ ਸਖਤ ਲਹਿਜੇ 'ਚ ਵੀ ਕਿਹਾ ਕਿ ਬਜ਼ੁਰਗ ਸਰੀਰ ਹੈ, ਰਾਤ ਨੂੰ ਕੋਈ ਲੋੜ ਹੋਵੇਗੀ, ਪਰ ਆਪਾਂ ਨੂੰ ਸੁੱਤੇ ਸਮਝ ਨਹੀਂ ਉਠਾਇਆ ਹੋਣਾ। ਸੁਨੀਤਾ ਨੂੰ ਉਸ ਦਿਨ ਕਹਿ ਤਾਂ ਦਿੱਤਾ ਸੀ, ਪਰ ਉਹ ਇਹ ਵੀ ਜਾਣਦਾ ਸੀ ਕਿ ਸੁਨੀਤਾ ਕੋਈ ਵੀ ਗੱਲ ਐਨੇ ਦਾਅਵੇ ਨਾਲ ਇੰਜ ਹੀ ਨਹੀਂ ਕਹਿੰਦੀ। ਡੈਡੀ ਜੀ ਬਾਰੇ ਤਾਂ ਬਿਲਕੁਲ ਵੀ ਨਹੀਂ, ਜਿਨ੍ਹਾਂ ਨੂੰ ਉਹ ਆਪਣੇ ਸਗੇ ਡੈਡੀ ਜੀ ਨਾਲੋਂ ਵੱਧ ਪਿਆਰ ਸਤਿਕਾਰ ਕਰਦੀ ਹੈ। ਕੁਝ ਨਾ ਕੁਝ ਤਾਂ ਉਸਨੂੰ ਅਟਪਟਾ ਜ਼ਰੂਰ ਲੱਗਿਆ ਹੋਣਾ। ਉਸਦਾ ਦਿਲ ਕਰਦਾ ਸੀ ਡੈਡੀ ਨੂੰ ਸਿੱਧਾ ਨਹੀਂ ਤਾਂ ਘੁਮਾ ਫਿਰਾ ਕੇ ਪੁੱਛ ਲਵੇ ਕਿ ਰਾਤ ਨੂੰ ਉਹ ਸੌਂਦੇ ਕਿਉਂ ਨਹੀਂ, ਕੋਈ ਪਰੇਸ਼ਾਨੀ ਹੈ, ਪਰ ਉਹ ਖੁਦ ਹੀ ਆਪਣੀਆਂ ਉਲਝਣਾਂ ਵਿੱਚ ਉਲਝਿਆ ਹੋਇਆ ਸੀ। ਸੁਸਾਇਟੀ 'ਚ ਆਪਣਾ ਸਟੈਂਡਰਡ ਮੇਨਟੇਨ ਕਰਨ ਲਈ ਉਸਨੇ ਘਰ ਦੀ ਰੈਨੋਵੇਸ਼ਨ ਲਈ ਲੋਨ ਚੁੱਕਿਆ ਸੀ, ਪਰ ਲੋਨ ਦੀਆਂ ਕਿਸ਼ਤਾਂ ਉਸਦੇ ਸਿਰ ਲਗਾਤਾਰ ਟੁੱਟ ਰਹੀਆਂ ਸਨ। ਬੈਂਕ ਵਾਲਿਆਂ ਦੇ 2 ਨੋਟਿਸ ਆ ਗਏ ਸਨ ਤੇ ਉਸਨੇ ਹੁਣ ਡੈਡਲਾਈਨ ਦੇ ਦਿੱਤੀ ਸੀ। ਮੰਮੀ ਦੀ ਬਿਮਾਰੀ ਤੇ ਭੋਗ ਤੇ ਹੋਣ ਵਾਲੇ ਅਚਨਚੇਤ ਖਰਚਿਆਂ ਨੇ ਉਸਦੇ ਸਾਰੇ ਬਜਟ ਨੂੰ ਹਿਲਾ ਕੇ ਰੱਖ ਦਿੱਤਾ ਸੀ। ਜੇਕਰ ਅਜਿਹੇ 'ਚ ਬੈਂਕ ਵਾਲਿਆਂ ਵੱਲੋਂ ਕੋਈ ਕਾਰਵਾਈ ਕੀਤੀ ਗਈ ਤਾਂ ਉਸਦੀ ਇੱਜ਼ਤ ਦੇ ਤਾਂ ਪਰਖੱਚੇ ਉੱਡ ਜਾਣੇ ਸਨ। ਉਹ ਭੱਜ ਨੱਠ ਕਰਕੇ ਕੁਝ ਸਮਾਂ ਲੈਣਾ ਚਾਹੁੰਦਾ ਸੀ, ਜਿਸ ਨਾਲ ਜ਼ਿੰਦਗੀ ਨੂੰ ਫਿਰ ਤੋਂ ਲੀਹ ਤੇ ਲੈ ਆਵੇ, ਪਰ ਜ਼ਿੰਦਗੀ ਸੀ ਕਿ ਉਸਦਾ ਇਮਤਿਹਾਨ ਤੇ ਇਮਤਿਹਾਨ ਲੈਣ ਲਈ ਕਮਰ ਕੱਸੀ ਬੈਠੀ ਸੀ। ਇਹਨਾਂ ਦਿਨਾਂ 'ਚ ਹੀ ਉਸਦੀ ਕੰਪਨੀ ਵੱਲੋਂ ਕੰਮ ਦਾ ਦਬਾਅ ਵੀ ਵਧਾਇਆ ਜਾ ਰਿਹਾ ਸੀ। ਆਰਥਿਕ ਮੰਦੀ ਕਾਰਨ ਕੰਪਨੀ ਦੇ ਬੋਰਡ ਆਫ ਡਾਇਰੈਕਟਰਸ ਮੁਲਾਜ਼ਮਾਂ ਦੀ ਛਾਂਟੀ ਕਰਨ ਜਾ ਰਹੀ ਸੀ। ਉਸਨੂੰ ਉਮੀਦ ਸੀ ਕਿ ਸ਼ਾਇਦ ਉਹ ਬਚ ਜਾਵੇ, ਪਰ ਫਿਰ ਵੀ ਉਹ ਬਾਹਰ ਹੱਥ ਪੱਲਾ ਮਾਰ ਰਿਹਾ ਸੀ ਕਿ ਜੇਕਰ ਉਹ ਛਾਂਟੀ 'ਚ ਆ ਵੀ ਗਿਆ ਤਾਂ ਕੋਈ ਹੋਰ ਬਦਲਾਵ ਉਸ ਕੋਲ ਹੋਵੇ, ਜਿਸ ਲਈ ਉਹ ਹੋਰ ਕੰਪਨੀਆਂ ਵਿੱਚ ਵੀ ਆਪਣਾ ਰਿਜ਼ਿਊਮ ਭੇਜ ਰਿਹਾ ਸੀ, ਪਰ ਹਰ ਕੰਪਨੀ ਦਾ ਇੱਕੋ ਜਿਹਾ ਹੀ ਹਾਲ ਸੀ। ਭੱਜ ਦੌੜ ਕਰਕੇ ਵੀ ਉਸਦੇ ਪੱਲੇ ਨਿਰਾਸ਼ਾ ਹੀ ਪੈਂਦੀ, ਜਿਸ ਲਈ ਹੁਣ ਸੁਨੀਤਾ ਨੂੰ ਵੀ ਦੁੱਗਣਾ ਕੰਮ ਕਰਨਾ ਪੈ ਰਿਹਾ ਸੀ। ਉਹ ਘਰ ਸੰਭਾਲਦੀ ਤੇ ਬੁਟੀਕ ਵੀ ਜਾਂਦੀ, ਉੱਥੇ ਡਬਲ ਕੰਮ ਕਰਦੀ। ਕੰਮ ਦੇ ਦਬਾਅ ਕਾਰਨ ਦੋਹਾਂ ਦਾ ਸੁਭਾਅ ਰੁੱਖਾ ਹੋ ਗਿਆ ਸੀ, ਜਿਸ ਕਾਰਨ ਕਈ ਵਾਰ ਉਹਨਾਂ 'ਚ ਛੋਟੀ ਗੱਲ ਤੇ ਤਲਖੀ ਪੈਦਾ ਹੋ ਜਾਂਦੀ। ਅਜਿਹੇ ਮਾਹੌਲ 'ਚ ਡੈਡੀ ਦੀਆਂ ਹਰਕਤਾਂ ਨੇ ਉਸਨੂੰ ਹੋਰ ਪਰੇਸ਼ਾਨ ਕਰ ਦਿੱਤਾ ਸੀ, ਪਰ ਫਿਰ ਵੀ ਉਸਦਾ ਅੰਦਰਲਾ ਮਨ ਇਹ ਮੰਨਣ ਲਈ ਤਿਆਰ ਨਹੀਂ ਸੀ ਕਿ ਡੈਡੀ ਕੁਝ ਅਜਿਹਾ ਕਰ ਸਕਦੇ ਹਨ। ਇਸ ਲਈ ਉਹ ਡੈਡੀ ਨਾਲ ਗੱਲ ਕਰਨ ਤੋਂ ਹਰ ਰੋਜ਼ ਟਲ ਜਾਂਦਾ ਸੀ ਤੇ ਗੱਲ ਅਗਲੇ ਦਿਨ ਤੇ ਪਾ ਦਿੰਦਾ ਸੀ।
ਆਪਣੀਆਂ ਹੀ ਉਲਝਣਾਂ ਵਿੱਚ ਉਲਝਿਆ। ਇੱਕ ਰਾਤ ਨੂੰ ਉਹ ਬੈੱਡ ਤੇ ਪਿਆ ਉਸ ਉਛਲ ਵੱਟੇ ਲੈ ਰਿਹਾ ਸੀ ਕਿ ਉਸਨੂੰ ਬਾਹਰ ਕਿਸੇ ਦੀ ਪੈੜ ਚਾਲ ਸੁਣਾਈ ਦਿੱਤੀ। ਦੱਬੇ ਪੈਰ ਉੱਠ ਕੇ ਉਸਨੇ ਆਪਣੇ ਕੰਨ ਪੂਰੀ ਤਰ੍ਹਾਂ ਦਰਵਾਜ਼ੇ ਨਾਲ ਲਗਾ ਲਏ ਅਤੇ ਸਾਹ ਰੋਕ ਬਾਹਰ ਦੀ ਆਹਟ ਸੁਣਨ ਲੱਗਾ। ਟਿੱਕੀ ਰਾਤ ਸੀ, ਅਜਿਹੇ 'ਚ ਤਾਂ ਸੂਈ ਡਿੱਗਣ ਦੀ ਆਵਾਜ਼ ਵੀ ਸਾਫ਼ ਸੁਣ ਸਕਦੀ ਸੀ ਤੇ ਉਹਨੂੰ ਕੋਈ ਸ਼ੱਕ ਨਾ ਰਿਹਾ ਕਿ ਦਰਵਾਜ਼ੇ ਦੇ ਬਾਹਰ ਕੋਈ ਕੰਨ ਲਾਈ ਖੜਾ ਹੈ। ਉਸ ਦੇ ਅੰਦਰ ਡਰ ਦੀ ਇੱਕ ਲਹਿਰ ਜਿਹੀ ਪਸਰ ਗਈ। ਕੌਣ ਹੋ ਸਕਦਾ ਹੈ? ਉਸ ਦੇ ਮਨ 'ਚ ਇੱਕ ਪਲ ਲਈ ਸਵਾਲ ਉੱਠਿਆ, ਪਰ ਅਗਲੇ ਹੀ ਪਲ ਮੂੰਹ 'ਚੋਂ ਨਿਕਲਿਆ, ਡੈਡੀ। ਇੱਕਦਮ ਉਸ ਦਾ ਅੰਦਰ ਨਫ਼ਰਤ ਨਾਲ ਭਰ ਗਿਆ। ਇੱਕ ਝਟਕੇ ਨਾਲ ਹੀ ਉਹ ਦਰਵਾਜ਼ਾ ਖੋਲ੍ਹਣ ਲੱਗਾ, ਪਰ ਹੜਬੜਾਹਟ 'ਚ ਜਦੋਂ ਨੂੰ ਦਰਵਾਜ਼ਾ ਖੋਲ੍ਹਿਆ, ਲੱਗਿਆ ਕਿ ਕੋਈ ਹੁਣ ਇੱਥੋਂ ਚਲਾ ਗਿਆ ਹੈ। ਉਹ ਸਿੱਧਾ ਡੈਡੀ ਦੇ ਕਮਰੇ ਵੱਲ ਨੂੰ ਹੋ ਗਿਆ ਤੇ ਉਹਨਾਂ ਦੇ ਦਰਵਾਜ਼ੇ ਨੂੰ ਜ਼ੋਰ ਦੀ ਧੱਕਾ ਮਾਰਿਆ। ਦਰਵਾਜ਼ਾ ਅੰਦਰੋਂ ਖੁੱਲ੍ਹਾ ਸੀ ਤੇ ਤਾੜ ਦੇਣੇ ਜਾ ਕੇ ਕੰਧ ਵਿੱਚ ਵੱਜਿਆ। ਕਮਰੇ 'ਚ ਹਨੇਰਾ ਸੀ, ਪਰ ਉਸਦੇ ਡੈਡੀ ਦੇ ਸਾਹਾਂ ਦੀ ਆਵਾਜ਼ ਸਾਫ਼ ਸੁਣਾਈ ਦੇ ਰਹੀ ਸੀ। ਉਹ ਕਮਰੇ ਦੀ ਲਾਈਟ ਜਗਾ ਕੇ ਡੈਡੀ ਨੂੰ ਕੁਝ ਕਹਿਣ ਹੀ ਲੱਗਾ ਸੀ ਕਿ ਡੈਡੀ ਦੋਵੇਂ ਹੱਥ ਜੋੜ ਉਸਦੇ ਸਾਹਮਣੇ ਬੈਠ ਗਿਆ। ਉਸਦੀਆਂ ਅੱਖਾਂ ਵਿੱਚ ਹੰਝੂ ਸਨ ਤੇ ਸਰੀਰ ਬੁਰੀ ਤਰ੍ਹਾਂ ਕੰਬ ਰਿਹਾ ਸੀ। ਕੰਬ ਤਾਂ ਸਤੀਸ਼ ਵੀ ਗੁੱਸੇ ਨਾਲ ਰਿਹਾ ਸੀ, ਪਰ ਆਪਣੀ ਡੈਡੀ ਦੀਆਂ ਅੱਖਾਂ ਵੱਲ ਦੇਖ ਉਸਦਾ ਅੰਦਰਲਾ ਲਾਵਾ ਫਟਦਾ ਰਹਿ ਗਿਆ। ਆਪਣਾ ਗੁੱਸਾ ਉਸਨੇ ਮੋੜਦੇ ਹੋਏ ਦਰਵਾਜ਼ੇ ਦੇ ਹੀ ਇੱਕ ਹੋਰ ਲੱਤ ਮਾਰ ਕੇ ਕੱਢਿਆ। ਮੈਂ ਕਿਹਾ, ਜੀ ਸੁਣਦੇ ਹੋ? ਸੋਫੇ ਤੇ ਪਏ ਹੀ ਸੌਂ ਗਏ। ਸੁਨੀਤਾ ਦੀ ਆਵਾਜ਼ ਸੁਣ ਕੇ ਉਹ ਚੌਂਕ ਪਿਆ। ਉਸਨੇ ਆਪਣੇ ਆਪ ਨੂੰ ਸੋਫੇ ਵਿੱਚ ਧੱਸਿਆ ਹੋਇਆ ਪਾਇਆ। ਸਾਰਾ ਸਰੀਰ ਪਸੀਨੇ ਨਾਲ ਭਰਿਆ ਪਿਆ ਸੀ। 2 ਘੜੀ ਆਰਾਮ ਕਰਨ ਲਈ, ਢੂਈ ਸਿੱਧੀ ਕਰਨ ਲਈ ਪਿਆ ਸੀ। ਇਹ ਬੰਦਾ ਛੇਤੀ ਖਹਿੜਾ ਨਹੀਂ ਛੱਡਣ ਲੱਗਿਆ, ਉਸਨੇ ਸੋਚਿਆ। ਹਾਂ ਦੱਸੋ ਮਾਲਕੋ, ਕੀ ਹੋ ਗਿਆ? ਚਿਹਰੇ ਤੇ ਬਨਾਵਟੀ ਮੁਸਕਾਨ ਲਿਆਉਣ ਦੀ ਕੋਸ਼ਿਸ਼ ਕਰਦਿਆਂ ਸਤੀਸ਼ ਨੇ ਕਿਹਾ। ਹੋਣਾ ਤਾਂ ਕੀ ਹੈ? ਮੈਂ ਕਿਹਾ ਜੇਕਰ ਆਰਾਮ ਕਰ ਲਿਆ ਹੋਵੇ, ਥੋੜਾ ਕੰਮ ਕਰ ਲਈਏ। ਕੰਮ? ਆਲਸ ਕਾਰਨ ਉਹ ਹੁਣ ਕੋਈ ਵੀ ਕੰਮ ਕਰਨ ਲਈ ਤਿਆਰ ਨਹੀਂ ਸੀ। ਫਿਰ ਵੀ ਪੁੱਛਿਆ, ਸਾਰੇ ਕੰਮ ਤਾਂ ਹੋ ਗਏ, ਹੁਣ ਕਿਹੜਾ ਕੰਮ ਰਹਿ ਗਿਆ? ਡੈਡੀ ਦਾ ਕਮਰਾ ਖਾਲੀ ਕਰਨਾ ਹੈ। ਵਰਤੋਂ ਵਾਲਾ ਸਮਾਨ ਸਰਲਾ ਨੂੰ ਚੁਕਾ ਦੇਵਾਂਗੇ। ਉਹਨਾਂ ਦੀਆਂ ਕਿਤਾਬਾਂ ਕਾਪੀਆਂ ਰੱਦੀ ਵਾਲੇ ਨੂੰ ਚੁਕਾ ਦੇਵਾਂਗੇ। ਦੇਖਿਓ ਨਾਲੇ ਕੋਈ ਕੰਮ ਦਾ ਕਾਗਜ਼ ਨਾ ਹੋਵੇ। ਓਹੋ, ਅੱਜ ਜ਼ਰੂਰੀ ਹੈ? ਇੱਕ ਅੱਧੇ ਦਿਨ 'ਚ ਚੁਕਾ ਦੇਵਾਂਗੇ, ਉਸਨੇ ਟਾਲਾ ਜਿਹਾ ਵੱਟਦੇ ਨੇ ਕਿਹਾ। ਨਹੀਂ, ਜਿੰਨਾ ਚਿਰ ਇਹ ਸਮਾਨ ਘਰੇ ਪਿਆ ਮੈਨੂੰ ਚੈਨ ਨਹੀਂ ਆਉਣਾ। ਇਹੋ ਲੱਗੀ ਜਾਣਾ ਕਿ ਡੈਡੀ ਦੀਆਂ ਅੱਖਾਂ ਹੁਣ ਵੀ ਮੇਰੀ ਪਿੱਠ ਨੂੰ ਘੂਰੀ ਜਾਂਦੀਆਂ ਨੇ, ਉਹਨੇ ਖਿਝ ਤੇ ਗੁੱਸੇ ਭਰੀ ਆਵਾਜ਼ ਨਾਲ ਕਿਹਾ। ਉਸਦੀ ਇਸ ਗੱਲ ਨਾਲ ਸਤੀਸ਼ ਨੂੰ ਆਪਣਾ ਅੰਦਰ ਹੀਨ ਭਾਵਨਾ ਨਾਲ ਭਰਦਾ ਮਹਿਸੂਸ ਹੋਇਆ। ਉਸਨੂੰ ਲੱਗਿਆ ਕਿ ਡੈਡੀ ਦੀ ਹਰ ਹਰਕਤ ਲਈ ਜਿਵੇਂ ਉਹ ਵੀ ਜ਼ਿੰਮੇਵਾਰ ਹੋਵੇ ਤੇ ਸਤੀਸ਼ ਨਾ ਚਾਹੁੰਦੇ ਹੋਏ ਵੀ ਉੱਠ ਕੇ ਡੈਡੀ ਦੇ ਕਮਰੇ 'ਚ ਚਲਾ ਗਿਆ। ਡੈਡੀ ਦੇ ਕਮਰੇ ਵਿੱਚ ਉਸਦੀਆਂ ਪੜ੍ਹਨ ਵਾਲੀਆਂ ਕਿਤਾਬਾਂ ਦੇ ਢੇਰ ਹੀ ਹਨ। ਕਾਫੀ ਸਮੇਂ ਦਾ ਇਹਨਾਂ ਨੂੰ ਫਰੋਲਾ ਫਰਾਲੀ ਕਰਦਾ ਉਹ ਅੱਕ ਗਿਆ। ਜੀ ਤਾਂ ਕਰਦਾ ਸੀ ਕਿ ਸਾਰੀਆਂ ਨੂੰ ਰੱਦੀ ਦੇ ਭਾਅ ਚੁੱਕ ਕੇ ਪਰਾਂ ਕਰੇ, ਪਰ ਮਨ ਵਿੱਚ ਇਹ ਵਿਚਾਰ ਵੀ ਸੀ ਕਿ ਕਿਤੇ ਡੈਡੀ ਕੋਈ ਕੰਮ ਦਾ ਕਾਗਜ਼ ਹੀ ਨਾ ਇਸ ਵਿੱਚ ਰੱਖੀ ਬੈਠਾ ਹੋਵੇ। ਹੁਣ ਤਾਂ ਉਸਦੀ ਯਾਦਦਾਸ਼ਤ ਵੀ ਘਟ ਗਈ ਸੀ। ਕਿਹੜੀ ਚੀਜ਼ ਕਿੱਥੇ ਰੱਖ ਕੇ ਭੁੱਲ ਜਾਂਦਾ ਸੀ, ਪਤਾ ਹੀ ਨਹੀਂ ਚੱਲਦਾ ਸੀ। ਕਿਤਾਬਾਂ ਦੀ ਚੱਕ-ਥਲ ਕਰਦਿਆਂ ਉਸਨੂੰ ਅਲਮਾਰੀ ਦੇ ਕਰਖਣੇ ਵਿੱਚ ਬਹੁਤ ਹੀ ਸੰਭਾਲ ਕੇ ਰੱਖੀ ਡਾਇਰੀ ਦਿਖਾਈ ਦਿੱਤੀ। ਆਹ ਡਾਇਰੀ! ਮੰਮੀ ਦੀ ਮੌਤ ਬਾਅਦ ਇਹ ਡਾਇਰੀ ਨਵੇਂ ਸਾਲ ਵਾਲੇ ਦਿਨ ਉਹਨਾਂ ਉਚੇਚੇ ਤੌਰ ਤੇ ਮੰਗਵਾਈ ਸੀ ਤੇ ਹਰ ਰੋਜ਼ ਇਸ ਉੱਪਰ ਕੁਝ ਨਾ ਕੁਝ ਲਿਖਦੇ ਰਹਿੰਦੇ ਸਨ। ਅਸੀਂ ਕਦੇ ਧਿਆਨ ਹੀ ਨਹੀਂ ਦਿੱਤਾ ਸੀ। ਬਾਕੀ ਡੈਡੀ ਕੋਲ ਬੈਠਣ ਦਾ ਸਮਾਂ ਹੀ ਕਿੰਨਾ ਕੁ ਹੁੰਦਾ ਸੀ। ਸਵੇਰੇ ਨੌਕਰੀ ਤੇ ਚਲੇ ਜਾਈਦਾ ਸੀ ਤੇ ਥੱਕ ਟੁੱਟ ਕੇ ਘਰੇ ਵੜਦੇ। ਦੇਖਾਂ ਕੀ ਰੰਗ ਲਾਇਆ ਹੋਇਆ, ਇਸ 'ਚ ਸੋਚਦਿਆਂ ਹੋਇਆਂ ਸਤੀਸ਼ ਦੇ ਚਿਹਰੇ ਤੇ ਵਿਅੰਗ ਭਰੀ ਹਲਕੀ ਜਿਹੀ ਮੁਸਕਰਾਹਟ ਆ ਗਈ ਤੇ ਡੈਰੀ ਖੋਲ ਉਹ ਡੈਡੀ ਦੇ ਪੜ੍ਹਨ ਮੇਜ਼ ਤੇ ਹੀ ਬੈਠ ਗਿਆ। 1 ਜਨਵਰੀ। ਪਿਆਰੀ ਸਰਲਾ, ਅੱਜ ਇਹ ਡਾਇਰੀ ਲਿਖਣੀ ਸ਼ੁਰੂ ਕਰਨ ਲੱਗਿਆ ਹਾਂ। ਤੇਰੇ ਬਾਅਦ ਕੌਣ ਹੈ ਜਿਸ ਕੋਲ ਕੋਈ ਗੱਲ ਕਰ ਲਿਆ ਕਰਾਂ। ਭੱਜ ਦੌੜ ਦੀ ਜ਼ਿੰਦਗੀ ਵਿੱਚ ਹਰ ਕੋਈ ਮਸ਼ੀਨ ਹੀ ਤਾਂ ਬਣ ਗਿਆ ਹੈ ਤੇ ਮੇਰੇ ਵਰਗੇ ਰਹਿ ਗਏ ਜੋ ਸਮੇਂ ਦੇ ਨਾਲ ਕਦਮ ਚਲਾ ਕੇ ਨਹੀਂ ਚੱਲ ਸਕੇ। ਚੱਲ ਛੱਡ, ਅੱਜ ਤੈਨੂੰ ਪਤਾ ਨਵਾਂ ਸਾਲ ਹੈ ਤੇ ਪਿਛਲੇ 50 ਸਾਲਾਂ 'ਚ ਪਹਿਲਾ ਸਾਲ ਹੈ। ਤੂੰ ਜਦੋਂ ਮੇਰੇ ਕੋਲ ਨਹੀਂ ਹੈ, ਪਰ ਇਸ ਡਾਇਰੀ ਰਾਹੀਂ ਮੈਂ ਕਦੇ-ਕਦੇ ਤੇਰੇ ਨਾਲ ਗੱਲਾਂ ਕਰਿਆ ਕਰਾਂਗਾ, ਤੂੰ ਸੁਣ ਲਿਆ ਕਰੀਂ। 3 ਜਨਵਰੀ। ਅੱਜ ਥੋੜੀ ਧੁੱਪ ਨਿਕਲੀ ਤਾਂ ਬਾਹਰ ਲਾਨ 'ਚ ਜਾ ਕੇ ਬੈਠ ਗਿਆ ਸੀ। ਸਰਦੀਆਂ 'ਚ ਗੋਡੇ ਹੋਰ ਵੀ ਤੰਗ ਕਰਨ ਲੱਗ ਜਾਂਦੇ ਨੇ। ਥੋੜੀ ਧੁੱਪ ਸੇਕ ਕੇ ਇਹਨਾਂ ਨੂੰ ਰਾਹਤ ਮਿਲਦੀ ਹੈ। ਜਦੋਂ ਤੂੰ ਸੀ ਤਾਂ ਸਾਰੇ ਸਰੀਰ ਤੇ ਸਰੋਂ ਦੇ ਤੇਲ ਨਾਲ ਮਾਲਿਸ਼ ਕਰਦੀ ਸੀ।
ਮੇਰੇ ਨਾ ਕਹਿਣ ਤੇ ਵੀ ਹਰ ਦੂਜੇ ਤੀਜੇ ਦਿਨ ਤੇਰਾ ਇਹੋ ਕੰਮ ਸੀ। ਹੁਣ ਵੀ ਕਦੇ ਕਦੇ ਲੱਗਦਾ ਕਿ ਤੇਰਾ ਹੱਥ ਮੇਰੇ ਸਰੀਰ ਵਿੱਚ ਫਿਰ ਰਿਹਾ ਹੋਵੇ ਤੇ ਮੈਂ ਬੈਠਾ ਬੈਠਾ ਉਂਗਲ ਲੱਗਦਾ ਹਾਂ। 5 ਜਨਵਰੀ। ਹੁਣ ਤਾਂ ਯਾਦਦਾਸ਼ਤ ਵੀ ਜਵਾਬ ਦੇਣ ਲੱਗ ਪਈ। ਆਪਣੀ ਛੜੀ ਕਿਤੇ ਨਾ ਕਿਤੇ ਰੱਖ ਕੇ ਭੁੱਲ ਜਾਂਦਾ ਹਾਂ। ਚਾਹ ਪੀ ਕੇ ਭੁੱਲ ਜਾਂਦਾ ਹਾਂ। ਫਿਰ ਰਸੋਈ ਵਿੱਚ 9 ਕੋਲ ਜਾ ਖੜਦਾ ਹਾਂ। ਅੱਜ ਬੈਂਕ ਦੀ ਕਾਪੀ ਕਿਤੇ ਰੱਖ ਕੇ ਭੁੱਲ ਗਿਆ। ਉਧਰੋਂ ਸਤੀਸ਼ ਕਹੇ ਪਾਪਾ ਪੈਸਿਆਂ ਦੀ ਬਹੁਤ ਜ਼ਰੂਰਤ ਹੈ। ਉਹਦੇ ਸਿਰ ਤੇ ਕੋਈ ਕਿਸ਼ਤ ਆ ਖੜੀ ਹੈ। ਹੁਣ ਕਿਸ਼ਤ ਦੀ ਕੀ ਦੱਸਾਂ? ਤੈਨੂੰ ਪਤਾ ਹੀ ਹੈ ਕਿਸ਼ਤਾਂ ਤਾਂ ਇਹ ਧੱਕੇ ਨਾਲ ਸਿਰ ਤੇ ਚੜਾਈ ਜਾਂਦੇ ਨੇ। ਪਹਿਲਾ ਬੰਦਾ ਥਾਂ ਦੇਖ ਕੇ ਪੈਰ ਪਸਾਰਦਾ ਸੀ। ਕੋਈ ਵੀ ਚੀਜ਼ ਲੈਣ ਤੋਂ ਪਹਿਲਾਂ ਆਪਣੀ ਲੋੜ ਨੂੰ ਆਪਣੀ ਜੇਬ ਨਾਲ ਤੋਲਦਾ। ਫਿਰ ਜੇ ਕੋਈ ਗੱਲ ਠੀਕ ਬੈਠਦੀ ਤਾਂ ਉਹ ਵਸਤ ਘਰੇ ਆਉਂਦੀ। ਹੁਣ ਤਾਂ ਆਵਾ ਹੀ ਉੱਤਿਆ ਪਿਆ। ਦੁਕਾਨਾਂ ਵਾਲਿਆਂ ਨੇ ਨਵੇਂ ਢੰਗ ਕੱਢ ਲਏ। ਅਖੇ ਜੋ ਚੀਜ਼ ਲੈ ਕੇ ਜਾਣੀ ਹੈ ਲੈ ਜਾਵੋ, ਪੈਸੇ ਬਾਅਦ 'ਚ ਕਿਸ਼ਤਾਂ 'ਚ ਦੇ ਦਿਓ। ਪੜ੍ਹਦਿਆਂ ਹੋਇਆਂ ਸਤੀਸ਼ ਦਾ ਮਨ ਖਿਝ ਨਾਲ ਭਰ ਗਿਆ ਤੇ ਉਹਨੇ ਪੰਨਾ ਅੱਗੇ ਪਲਟ ਦਿੱਤਾ ਤੇ ਆਪ ਮੁਹਾਰੇ ਉਸਦੇ ਮੂੰਹੋਂ ਨਿਕਲਿਆ, ਪਾਗਲ। ਮੱਤਾਂ ਦੇਣ 'ਚ ਤਾਂ ਸਭ ਦਾ ਬਾਪੂ ਸੀ। ਹਰ ਸਮੇਂ ਉਹੀ ਪੁਰਾਣਾ ਰਾਗ ਲਾਪਦਾ ਰਹਿੰਦਾ। ਆਹ ਕੀ ਕਰਨਾ, ਉਹ ਕੀ ਕਰਨਾ। ਕੋਈ ਪੁੱਛੇ ਵੀ ਜਦੋਂ ਜ਼ਿੰਦਗੀ 'ਚ ਕੁਝ ਖਾ ਹੰਢਾ ਕੇ ਹੀ ਨਾ ਦੇਖਿਆ, ਫਿਰ ਇੱਥੇ ਆਏ ਦਾ ਕੀ ਫਾਇਦਾ। ਚਾਹ ਦਾ ਜ਼ਿਕਰ ਪੜ੍ਹ ਉਸਦੇ ਮਨ 'ਚ ਵੀ ਚਾਹ ਪੀਣ ਦੀ ਤਲਬ ਉੱਠੀ ਤੇ ਉਹਨੇ ਸੁਨੀਤਾ ਨੂੰ ਆਵਾਜ਼ ਮਾਰੀ, ਸੁਨੀਤਾ ਯਾਰ ਚਾਹ ਦਾ ਕੱਪ ਹੀ ਪਿਆ ਦੇ ਇੱਕ। ਬਿਨਾਂ ਸੁਨੀਤਾ ਦੇ ਜਵਾਬ ਵੱਲ ਧਿਆਨ ਦਿੱਤੇ ਉਹ ਫਿਰ ਡਾਇਰੀ ਪੜ੍ਹਨ ਲੱਗਿਆ, ਕਿਉਂਕਿ ਉਹਨੂੰ ਪਤਾ ਸੀ ਸੁਨੀਤਾ ਨੇ ਨੱਕ ਬੁੱਲ ਮਾਰ ਕੇ ਚਾਹ ਦੇ ਹੀ ਜਾਣੀ ਹੈ। 8 ਜਨਵਰੀ। 9 ਦੀ ਬੁਰੀ ਆਦਤ ਹੈ। ਅੱਜ ਫਿਰ ਟੀਵੀ ਚੱਲਦਾ ਛੱਡ ਕੇ ਪਤਾ ਨਹੀਂ ਕਿੱਧਰ ਨੂੰ ਚਲੀ ਗਈ। ਫਿਰ ਕਹੂ ਪਾਪਾ ਜੀ ਆਪ ਹੀ ਪਤਾ ਨਹੀਂ ਕੀ ਬੋਲਦੇ ਰਹਿੰਦੇ ਨੇ। ਹੁਣ ਸਿਆਣਾ ਬੰਦਾ ਤਾਂ ਬੋਲੂਗਾ ਹੀ, ਪਰ ਕੋਈ ਸਮਝੇ ਤਾਂ। ਭਾਈ ਜਦੋਂ ਟੀਵੀ ਨਹੀਂ ਦੇਖਣਾ ਬੰਦ ਕਰ ਦਿਓ। ਪਰ ਨਹੀਂ, ਸੱਚ ਹੁਣੇ ਟੀਵੀ ਕਾਹਨੂੰ ਹੈ, ਇਹ ਤਾਂ LCD ਹੈ। ਉਦੋਂ ਕਿੰਨਾ ਸਮਝਾਇਆ ਸੀ ਘਰੇ ਰੰਗੀਨ ਟੀਵੀ ਹੈਗਾ, ਫਿਰ ਨਵੀਂ LCD ਤੇ ਪੈਸੇ ਕਿਉਂ ਲਾਏ ਜਾਣ। ਪਰ ਕੌਣ ਸਮਝੇ। ਘਰ ਦੇ ਸਾਰੇ ਜੀ ਤਾਂ ਇੱਕ ਧਿਰ ਬਣ ਕੇ ਬੈਠ ਗਏ ਕਿ ਹੁਣ ਟੀਵੀ ਦਾ ਫੈਸ਼ਨ ਪੁਰਾਣਾ ਹੋ ਗਿਆ ਤੇ ਮੇਰੇ ਨਾ ਕਰਨ ਦੇ ਬਾਵਜੂਦ ਅਗਲੇ ਦਿਨ ਹੀ 2 ਆਦਮੀ ਆਏ ਤੇ ਘਰੇ ਹੀ ਟੰਗ ਗਏ। ਸਤੀਸ਼ ਮੈਨੂੰ ਕਹਿੰਦਾ, ਪਾਪਾ 30,000 ਰੁਪਏ ਤਾਂ ਦੇਣੇ ਨੇ, ਉਹ ਵੀ ਕਿਸ਼ਤਾਂ 'ਚ। ਪਰ ਮੈਂ ਗੁੱਸੇ ਨਾਲ ਮੂੰਹ ਦੂਜੇ ਪਾਸੇ ਕਰ ਲਿਆ। ਉਹ ਆਨੇ ਬਹਾਨੇ ਬਣਾਉਂਦੇ ਰਹੇ। ਮੈਂ 2 ਕੁ ਦਿਨ ਮੂੰਹ ਫੁਲਾ ਕੇ ਫਿਰਦਾ ਰਿਹਾ, ਪਰ ਫਿਰ ਆਪ ਹੀ ਸੋਚਿਆ ਮਨਾ, ਚੱਲ ਇੰਨਾ ਵੀ ਗੁੱਸਾ ਕਾਹਦਾ, ਜਿਹੜੀ ਚੀਜ਼ ਆਉਣੀ ਸੀ ਉਹ ਤਾਂ ਆ ਗਈ। ਫਿਰ ਦੇਖਦੇ ਹੀ ਦੇਖਦੇ AC, ਵਾਸ਼ਿੰਗ ਮਸ਼ੀਨ, ਹੋਰ ਪਤਾ ਨਹੀਂ ਕੀ ਕਿਸ਼ਤਾਂ 'ਚ ਘਰੇ ਆ ਗਿਆ। ਨੌ ਤੈਨੂੰ ਕਿੱਥੇ ਚੰਗੀ ਲੱਗਣੀ ਹੈ। ਵਿਚਾਰੀ ਸਾਰਾ ਦਿਨ ਡੈਡੀ ਡੈਡੀ ਕਰਦੀ ਮਗਰ ਫਿਰਦੀ ਹੁੰਦੀ ਸੀ। ਫਿਰ ਪਤਾ ਨਹੀਂ ਤੇਰਾ ਕੀ ਦਿਮਾਗ ਫਿਰਿਆ, ਉਸਦੇ ਪਿੱਛੇ ਫਿਰਨ ਲੱਗਾ। ਮੈਨੂੰ ਤਾਂ ਸੋਚ ਗਲਾਨੀ ਮਹਿਸੂਸ ਹੁੰਦੀ ਹੈ। ਇਹ ਸੱਚ ਸੀ ਪਿਛਲੇ ਦਿਨਾਂ ਦਾ। ਜਦੋਂ ਵੀ ਸੁਨੀਤਾ ਦੇ ਮੂੰਹੋਂ ਡੈਡੀ ਬਾਰੇ ਕੋਈ ਜ਼ਿਕਰ ਹੁੰਦਾ ਤਾਂ ਉਹ ਗੱਲ ਕਰਦਾ ਉਸ ਨਾਲ ਅੱਖਾਂ ਨਾ ਮਿਲਾ ਪਾਉਂਦਾ। ਐਨੇ ਵਿੱਚ ਸੁਨੀਤਾ ਵੀ ਚਾਹ ਦਾ ਕੱਪ ਲੈ ਕੇ ਆ ਗਈ। ਕੀ ਪੜਨ ਲੱਗ ਗਏ? ਕੰਮ ਨਿਬੇੜੋ ਪਰੇ। ਨਿਬੇੜਦਾ ਹਾਂ, ਬਸ ਚਾਹ ਪੀਂਦਾ ਪੜ੍ਹ ਲਵਾਂ। ਬੁੜੇ ਦੀ ਡਾਇਰੀ ਹੈ, ਆ ਬੈਠ ਤੂੰ ਵੀ। ਹੋਰ ਕੰਮ ਬਥੇਰੇ ਨੇ ਮੈਨੂੰ। ਅੱਜ ਸਾਰਾ ਕੁਝ ਸਾਂਭ ਕੇ ਕੱਲ ਤੋਂ ਕੰਮ ਵੱਲ ਹੋਈਏ, ਕਹਿੰਦੀ ਹੋਈ ਸੁਨੀਤਾ ਬਾਹਰ ਨੂੰ ਤੁਰ ਗਈ। ਸਤੀਸ਼ ਚਾਹ ਦਾ ਕੱਪ ਉਠਾ ਕੇ ਘੁੱਟ ਭਰਦਾ ਡਾਇਰੀ ਪੜ੍ਹਨ ਲੱਗਾ। 9 ਜਨਵਰੀ। ਸਤੀਸ਼ ਨੂੰ ਦਿਨ ਰਾਤ ਕੰਪਨੀ 'ਚ ਕੰਮ ਤੇ ਮਰਦਾ ਦੇਖਦਾ ਹਾਂ। ਓਵਰ ਟਾਈਮ ਕਰਦਾ ਦੇਖਦਾ ਹਾਂ। ਨੌ ਰਾਣੀ ਅੱਡ ਇੱਕ ਬੁਟੀਕ ਤੇ ਜਾਂਦੀ ਹੈ। ਇਹਨਾਂ ਨੂੰ ਦੇਖ ਕਦੇ ਖਿਝ ਜਾਂਦਾ ਹਾਂ ਤੇ ਜੀ ਕਰਦਾ ਕਹਾਂ, ਮੂਰਖੋ, ਸਮਾਨ ਖਰੀਦ ਘਰ ਭਰੀ ਜਾਂਦੇ ਹੋ, ਇਹਨਾਂ ਨੂੰ ਵਰਤੋ ਵੀ। ਦਿਨ ਰਾਤ ਕਿਸ਼ਤਾਂ ਭਰਨ ਲਈ ਮਰਦੇ ਹੋ, ਤੁਸੀਂ ਇਹਨਾਂ ਨੂੰ ਖਰੀਦਿਆ ਹੈ ਜਾਂ ਇਹਨਾਂ ਨੇ ਤੁਹਾਨੂੰ? ਆਪਣੇ ਵੇਲਿਆਂ 'ਚ ਘਰਾਂ ਵਿੱਚ ਸਮਾਨ ਘੱਟ ਹੁੰਦਾ ਸੀ, ਪਰ ਵਰਤਦੇ ਸਾਰੇ ਸਨ। ਪਰ ਹੁਣ ਤਾਂ ਘਰਾਂ ਦੇ ਘਰ ਸਮਾਨ ਨਾਲ ਭਰੇ ਪਏ ਨੇ, ਪਰ ਵਰਤਦਾ ਕੋਈ ਨਹੀਂ। ਪੜ੍ਹਦਾ ਸਤੀਸ਼ ਸਿੱਧਾ ਹੋ ਕੇ ਬੈਠ ਗਿਆ। ਲੱਖ ਨਫ਼ਰਤ ਦੇ ਬਾਵਜੂਦ ਉਸਨੇ ਇਸ ਪੰਨੇ ਨੂੰ 2-3 ਵਾਰ ਪੜ੍ਹਿਆ। ਛੇਤੀ ਚਾਹ ਦਾ ਕੱਪ ਨਿਬੇੜ ਕੇ ਉਹਨੇ ਮੇਜ਼ ਤੇ ਰੱਖ ਦਿੱਤਾ। ਸਤੀਸ਼ ਨੂੰ ਡੈਡੀ ਦੀਆਂ ਗੱਲਾਂ ਠੀਕ ਲੱਗੀਆਂ ਸਨ। ਆਪਣੇ ਬਚਪਨ ਬਾਰੇ ਸੋਚਿਆ ਤਾਂ ਉਸਨੂੰ ਯਾਦ ਆਇਆ ਕਿ ਡੈਡੀ ਨੇ ਕਿੰਨੀ ਜ਼ਿੰਮੇਵਾਰੀ ਨਾਲ ਉਹਨਾਂ ਨੂੰ ਪੜ੍ਹਾ ਲਿਖਾ ਕੇ ਵੱਡਾ ਕੀਤਾ। ਕਦੇ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਹਰ ਵੇਲੇ ਉਹ ਉਹਨਾਂ ਲਈ ਹਾਜ਼ਰ ਹੁੰਦੇ ਸਨ। ਰਾਤ ਨੂੰ ਕਿੰਨਾ ਸਮਾਂ ਉਹ ਉਹਨਾਂ ਨਾਲ ਨਿੱਕੀਆਂ ਖੇਡਾਂ ਖੇਡਦੇ ਰਹਿੰਦੇ, ਦਿਨ ਭਰ ਦੀਆਂ ਗੱਲਾਂ ਕਰਦੇ। ਪਰ ਉਹ ਕਿੰਨਾ ਕੁ ਸਮਾਂ ਦੇ ਪਾ ਰਿਹਾ ਸੀ ਪਰਿਵਾਰ ਨੂੰ।
ਕਈ ਵਾਰੀ ਤਾਂ ਉਹ ਇਹ ਵੀ ਭੁੱਲ ਜਾਂਦਾ ਸਨੀ ਕਿਹੜੀ ਕਲਾਸ 'ਚ ਹੈ, ਸੁਨੀਤਾ ਤੇ ਉਹ ਕਿੰਨੇ ਕੁ ਇੱਕ ਦੂਜੇ ਲਈ ਹਨ। ਸਿਰਫ ਰਾਤ ਨੂੰ ਬੈੱਡ ਉੱਪਰ ਹੀ ਉਹਨਾਂ ਦਾ ਰਿਸ਼ਤਾ ਹੈ। ਘਰ ਨੂੰ ਸਮਾਨ ਨਾਲ ਭਰ ਲਿਆ ਹੈ ਤੇ ਆਪਣੇ ਆਪ ਨੂੰ ਕਮਰਿਆਂ ਦੇ ਖੂੰਜਿਆਂ 'ਚ ਵੰਡ ਲਿਆ ਹੈ। ਸਤੀਸ਼ ਨੇ ਲੰਬਾ ਸਾਹ ਲਿਆ ਤੇ ਉਹ ਫਿਰ ਡਾਇਰੀ ਪੜ੍ਹਨ ਲੱਗਾ। 13 ਜਨਵਰੀ। ਅੱਜ ਤੇਰੀ ਬਹੁਤ ਯਾਦ ਆ ਰਹੀ ਹੈ। ਹੁਣ ਇਹ ਇਕੱਲਾਪਨ ਕੱਟਿਆ ਨਹੀਂ ਜਾ ਰਿਹਾ। ਅੱਜ ਲੋਹੜੀ ਹੈ। ਸਤੀਸ਼ ਦੀ ਲੋਹੜੀ ਇੱਥੇ ਹੀ ਮਨਾਈ ਸੀ। ਕਿੰਨਾ ਭਲਾ ਵੇਲਾ ਸੀ ਜਦੋਂ ਆਪਾਂ ਇੱਥੇ ਸ਼ਹਿਰ ਆਏ ਸੀ। ਉਦੋਂ ਆਲੇ ਦੁਆਲੇ ਆਹ ਜੰਗਲ ਨਹੀਂ ਸੀ ਉੱਗਿਆ। ਕਿਸੇ ਨੇ ਇਹਨਾਂ ਬਿਲਡਿੰਗਾਂ ਨੂੰ ਕੰਕਰੀਟ ਦਾ ਜੰਗਲ ਹੀ ਕਿਹਾ, ਪਰ ਮੈਂ ਕਹਿੰਦਾ ਇਹ ਜੰਗਲ ਨਹੀਂ। ਜੰਗਲ 'ਚ ਤਾਂ ਫਿਰ ਵੀ ਪੱਤਿਆਂ ਦੀ ਸਰਸਰਾਹਟ ਹੁੰਦੀ ਹੈ, ਪੰਛੀਆਂ ਦੀ ਮਨਮੋਹਕ ਆਵਾਜ਼ ਦਾ ਸੰਗੀਤ ਹੁੰਦਾ ਹੈ, ਪਰ ਇੱਥੇ ਤਾਂ ਮਸ਼ੀਨਰੀ ਦੇ ਰੌਲੇ 'ਚ ਵੀ ਇੱਕ ਅਜੀਬ ਤਰ੍ਹਾਂ ਦਾ ਸੰਨਾਟਾ ਪਸਰਿਆ ਪਿਆ। ਉਦੋਂ ਤਾਂ ਹਰ ਪਾਸੇ ਸ਼ਾਂਤੀ ਹੀ ਸ਼ਾਂਤੀ ਹੁੰਦੀ ਸੀ। ਲੋਹੜੀ ਜਾਂ ਕੋਈ ਤਿਉਹਾਰ ਹੁੰਦਾ, ਆਂਢੀ ਗੁਆਂਢੀ ਰਲ ਕੇ ਬੈਠ ਕੇ ਦੁੱਖ ਸੁੱਖ ਕਰਦੇ। ਅਸੀਂ ਸਾਰੇ ਲੋਕ ਪਿੰਡਾਂ 'ਚੋਂ ਹੀ ਆਏ ਸੀ, ਲੱਗਦਾ ਆਪਣੇ ਪਿੰਡਾਂ 'ਚ ਹੀ ਰਹਿੰਦੇ ਹੋਈਏ। ਹੁਣ ਤਾਂ ਤੇਰੇ ਪੋਤੇ ਨੂੰ ਗੁਆਂਢੀਆਂ ਦੇ ਨਾਂ ਵੀ ਨਹੀਂ ਪਤਾ। ਉਹ ਨਵੇਂ ਯੁੱਗ ਦਾ ਜੋ ਹੋਇਆ। ਲੈ ਅੱਜ ਦੀ ਗੱਲ ਦੱਸਾਂ ਉਸਦੀ। ਮੋਬਾਈਲ ਚੱਕੀ ਖਿਜਿਆ ਫਿਰੇ। ਮੈਂ ਦੇਖ ਉਹਨੂੰ ਹੈਰਾਨ ਹੋ ਗਿਆ ਵੀ ਇਹਨੂੰ ਕੀ ਹੋ ਗਿਆ। ਪੁੱਛਣ ਤੇ ਕਹਿਣ ਲੱਗਾ, ਦਾਦੂ ਸਾਡੇ ਟੀਚਰ ਠੀਕ ਹੀ ਕਹਿੰਦੇ ਨੇ। ਕੀ ਕਹਿੰਦੇ ਨੇ? ਆਹੀ ਕਿ ਸਮਾਜ 'ਚ ਪਾੜਾ ਬਹੁਤ ਵੱਧ ਗਿਆ। ਉਸਨੇ ਖਿੱਚ ਕੇ ਕਿਹਾ। ਮੈਂ ਉਹਦੀ ਗੱਲ ਸੁਣ ਕੇ ਉਹਦੇ ਚਿਹਰੇ ਵੱਲ ਦੇਖਦਾ ਰਹਿ ਗਿਆ ਕਿ ਇਹ ਕਿਹੋ ਜਿਹੀਆਂ ਗੱਲਾਂ ਕਰਨ ਲੱਗ ਪਿਆ। ਇਹੋ ਜਿਹੀਆਂ ਗੱਲਾਂ ਤਾਂ ਸਾਡੀ ਯੂਨੀਅਨ ਦਾ ਪ੍ਰਧਾਨ ਕਰਿਆ ਕਰਦਾ ਸੀ ਕਿ ਅਮੀਰ ਹੋਰ ਅਮੀਰ ਹੋਈ ਜਾ ਰਿਹਾ, ਗਰੀਬ ਹੋਰ ਗਰੀਬ ਹੋਈ ਜਾਂਦਾ। ਪੂੰਜੀ ਥੋੜੇ ਜਿਹੇ ਲੋਕਾਂ ਦੇ ਹੱਥ 'ਚ ਚਲੀ ਜਾ ਰਹੀ ਹੈ। ਮੈਂ ਹੈਰਾਨਗੀ ਨਾਲ ਪੋਤੇ ਦੇ ਚਿਹਰੇ ਵੱਲ ਦੇਖੀ ਜਾ ਰਿਹਾ ਸੀ ਤੇ ਉਹਦੀ ਅਗਲੀ ਗੱਲ ਸੁਣ ਕੇ ਮੇਰਾ ਮੂੰਹ ਹੋਰ ਅੱਡਿਆ ਗਿਆ। ਪਤਾ ਕੀ ਕਹਿੰਦਾ? ਦੇਖੋ ਨਾ ਦਾਦੂ, ਸਾਡੇ ਸ਼ਹਿਰ 'ਚ ਹਾਲੇ 2G ਨੈਟਵਰਕ ਚੱਲਦਾ ਹੈ। ਵੱਡੇ ਸ਼ਹਿਰਾਂ 'ਚ 4G ਤੱਕ ਪਹੁੰਚ ਗਿਆ। ਦੇਖੋ ਕਿੰਨਾ ਫਰਕ ਹੈ। ਤੁਹਾਨੂੰ ਵੱਡਿਆਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ। ਹਾ ਹਾ ਹਾ। ਦੇਖਿਆ? ਸਤੀਸ਼ ਦੇ ਚਿਹਰੇ ਤੇ ਵੀ ਹਲਕੀ ਜਿਹੀ ਮੁਸਕਰਾਹਟ ਆ ਗਈ। 20 ਜਨਵਰੀ। ਅੱਜ ਮਨ ਉਦਾਸ ਹੈ। ਮੇਰਾ ਦੋਸਤ ਕਿਸ਼ਨ ਸਿੰਘ ਹੈ ਨਾ, ਉਹੀ ਜੋ ਫੂਡ ਸਪਲਾਈ ਮਹਿਕਮੇ 'ਚੋਂ ਰਿਟਾਇਰ ਹੋਇਆ ਸੀ। ਉਸ ਦਾ ਇਕਲੌਤਾ ਮੁੰਡਾ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਕੇ ਮਰ ਗਿਆ। ਆਪਣੇ ਸਤੀਸ਼ ਦੀ ਉਮਰ ਦਾ ਹੀ ਹੋਣਾ। ਕ੍ਰਿਸ਼ਨ ਸਿੰਘ ਨੇ ਉਸਨੂੰ ਬਹੁਤ ਵਧੀਆ ਕਾਰੋਬਾਰ ਸੈੱਟ ਕਰਕੇ ਦਿੱਤਾ ਸੀ, ਪਰ ਆਰਥਿਕ ਮੰਦੀ ਦਾ ਸ਼ਿਕਾਰ ਹੋ ਗਿਆ। ਵੱਡੇ ਕਾਰੋਬਾਰੀਆਂ ਦੀਆਂ ਵੱਡੀਆਂ ਮੁਸ਼ਕਲਾਂ। ਕਾਰੋਬਾਰ ਰੁਕ ਗਿਆ, ਲੈਣਦਾਰੀਆਂ ਰੁਕ ਗਈਆਂ, ਪਰ ਦੇਣਦਾਰੀਆਂ ਸਿਰ ਚੜ੍ਹ ਬਹਿ ਗਈਆਂ। ਬਥੇਰਾ ਹੱਥ ਭੱਲਾ ਮਾਰਿਆ, ਪਰ ਕਾਰੋਬਾਰ ਕਿਸੇ ਸੂਤ ਨਾ ਆਵੇ। ਇਸੇ ਦਬਾਅ 'ਚ 25 ਜਨਵਰੀ, ਜਿਸ ਦਿਨ ਦੀ ਕਿਸ਼ਨ ਸਿੰਘ ਦੇ ਮੁੰਡੇ ਨੇ ਖੁਦਕੁਸ਼ੀ ਕੀਤੀ ਹੈ, ਮੈਨੂੰ ਸਤੀਸ਼ ਦੀ ਚਿੰਤਾ ਹੋਣ ਲੱਗੀ ਹੈ। ਅੱਜ ਕੱਲ੍ਹ ਉਹ ਘਰ ਲੇਟ ਹੀ ਆਉਂਦਾ ਹੈ। ਕਦੇ ਕਦੇ ਲੱਗਦਾ ਸ਼ਰਾਬ ਪੀ ਕੇ ਵੀ ਆਉਂਦਾ ਹੈ। ਕਈ ਵਾਰ ਉਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਉਹ ਕਿਸੇ ਗੱਲ ਦਾ ਸਿਰਾ ਨਹੀਂ ਫੜਾਉਂਦਾ। ਮੈਂ ਆਨੇ ਬਹਾਨੇ ਉਸ ਦੀ ਬਿੜਕ ਰੱਖਣ ਲੱਗਾ ਹਾਂ। ਕੱਲ ਨੂੰ ਕਹਿ ਰਿਹਾ ਸੀ ਕਿ ਕੰਪਨੀ ਮੁਲਾਜ਼ਮਾਂ ਦੀ ਛਾਂਟੀ ਕਰਨ ਲੱਗੀ ਹੈ। ਪਤਾ ਨਹੀਂ ਕਿਸ ਦਾ ਨੰਬਰ ਲੱਗ ਜਾਵੇ। ਜੇ ਕਿਤੇ ਮੇਰਾ ਇਸ ਮੰਦੀ ਦੇ ਦੌਰ 'ਚ ਕਿੱਧਰ ਜਾਵਾਂਗਾ। ਉੱਪਰੋਂ ਘਰ ਦੇ ਲੋਨ ਦੀਆਂ ਕਿਸ਼ਤਾਂ, ਕਹਿੰਦਾ ਹੋਇਆ ਉਹ ਰੋਣ ਲੱਗਾ। ਮੈਨੂੰ ਝਟਕਾ ਲੱਗਿਆ ਕਿ ਕਿਸ਼ਨ ਸਿੰਘ ਦਾ ਮੁੰਡਾ ਵੀ ਇਹੋ ਜਿਹੀਆਂ ਗੱਲਾਂ ਹੀ ਕਰਦਾ ਹੋਣਾ। ਦਿਲ ਕੀਤਾ ਕਿ ਅੰਦਰ ਜਾ ਕੇ ਉਸਨੂੰ ਬੁੱਕਲ 'ਚ ਲੈ ਲਵਾਂ, ਪਰ ਨਹੁੰ ਕੀ ਸੋਚੂ ਕਿ ਪਾਪਾ ਜੀ ਸਾਡੀਆਂ ਸੂਹਾਂ ਲੈਂਦੇ ਫਿਰਦੇ ਨੇ। ਬਸ ਇਹੋ ਸੋਚ ਹੰਝੂਆਂ ਦਾ ਘੁੱਟ ਪੀ ਕੇ ਰਹਿ ਗਿਆ। ਸਤੀਸ਼ ਨੂੰ ਆਪਣਾ ਸਾਹ ਰੁਕਦਾ ਮਹਿਸੂਸ ਹੋਇਆ। ਉਹ ਤੇਜ਼ੀ ਨਾਲ ਪੰਨੇ ਨੂੰ ਪਲਟ ਕੇ ਅਗਲੇ ਪੰਨੇ ਨੂੰ ਪੜ੍ਹਨ ਲੱਗਾ। 30 ਜਨਵਰੀ। ਦਿਨ ਰਾਤ ਮੈਨੂੰ ਸਤੀਸ਼ ਦਾ ਫਿਕਰ ਖਾਣ ਲੱਗਿਆ ਹੈ। ਅੱਜ ਬੈਂਕ ਵਾਲਿਆਂ ਦਾ ਨੋਟਿਸ ਆਇਆ ਹੈ। ਪਿਛਲੇ ਕਈ ਮਹੀਨਿਆਂ ਤੋਂ ਲੋਨ ਦੀਆਂ ਕਿਸ਼ਤਾਂ ਟੁੱਟੀਆਂ ਪਈਆਂ ਹਨ। ਉਹ ਮੇਰੇ ਨਾਲ ਖੁੱਲ੍ਹ ਕੇ ਗੱਲ ਨਹੀਂ ਕਰਦਾ। ਜੇਕਰ ਕਾਹਲੀ 'ਚ ਨੋਟਿਸ ਨੂੰ ਟੇਬਲ ਤੇ ਹੀ ਰੱਖ ਕੇ ਨਾ ਜਾਂਦੀ, ਮੈਨੂੰ ਤਾਂ ਪਤਾ ਹੀ ਨਹੀਂ ਸੀ ਚੱਲਣਾ। ਹੁਣ ਉਸਨੂੰ ਕਹਾਂਗਾ ਕਿ ਬਹੁਤਾ ਫਿਕਰ ਕਰਨ ਦੀ ਲੋੜ ਨਹੀਂ। ਭਵਿੱਖ 'ਚ ਪੋਤੇ ਦੀ ਪੜ੍ਹਾਈ ਲਈ ਪੈਨਸ਼ਨ 'ਚੋਂ ਬਚਾ ਕਰਵਾਈ FD ਤੁੜਵਾ ਦੇਵਾਂਗਾ। ਮੈਂ ਤਾਂ ਸੋਚਦਾ ਸੀ ਪੋਤੇ ਦੇ 12ਵੀਂ 'ਚੋਂ ਚੰਗੇ ਨੰਬਰਾਂ ਤੇ ਪਾਸ ਹੋਣ ਤੇ ਤੋਹਫੇ ਦੇ ਰੂਪ ਵਿੱਚ ਦੇਵਾਂਗਾ, ਪਰ ਜ਼ਿੰਦਗੀ ਤਾਂ ਹੁਣ ਹੀ ਉਲਟ ਪੁਲਟ ਹੋਈ ਪਈ ਹੈ। ਪਰ ਅੱਜ ਰਾਤ ਨੂੰ ਸਤੀਸ਼ ਫਿਰ ਦੇਰ ਨਾਲ ਆਇਆ ਤੇ ਉਸਦੀ ਸ਼ਰਾਬ ਪੀਤੀ ਹੋਈ ਸੀ। ਸੋਚਿਆ ਉਸ ਨਾਲ ਸਵੇਰੇ ਗੱਲ ਕਰਾਂਗਾ ਤੇ ਉਸਦੇ ਕਮਰੇ ਕੋਲੋਂ ਗੇੜਾ ਮਾਰ ਕੇ ਮੁੜ ਆਇਆ। 31 ਜਨਵਰੀ। ਅੱਜ ਸਤੀਸ਼ ਨਾਲ ਗੱਲ ਕਰਨ ਬਾਰੇ ਸੋਚ ਕੇ ਉਸਦੇ ਕਮਰੇ ਵੱਲ ਗਿਆ ਤਾਂ ਨਹੁੰ ਤੇ ਸਤੀਸ਼ ਦੀਆਂ ਗੱਲਾਂ ਸੁਣ ਕੇ ਦਰਵਾਜ਼ੇ ਵਿੱਚ ਹੀ ਜੜ ਹੋ ਕੇ ਰਹਿ ਗਿਆ।
ਨੌ ਸਤੀਸ਼ ਨੂੰ ਕਹਿੰਦੀ ਸੁਣੀ, ਦੇਖੋ ਪਾਪਾ ਜੀ ਦੀ ਇੰਨੀ ਉਮਰ ਹੋ ਗਈ, ਪਤਾ ਨਹੀਂ ਪਾਗਲ ਹੋ ਗਏ ਜਾਂ ਜਵਾਨੀ ਫਿਰ ਚੜਨ ਲੱਗੀ ਹੈ। ਰਾਤ ਫਿਰ ਮੈਂ ਉਹਨਾਂ ਨੂੰ ਆਪਣੇ ਕਮਰੇ ਦੀਆਂ ਬਿੜਕਾਂ ਲੈਂਦੇ ਦੇਖਿਆ। ਉਸ ਦੇ ਬੋਲ ਸੁਣ ਕੇ ਮੈਂ ਸੁੰਨ ਹੋ ਗਿਆ, ਜਿਵੇਂ ਮੇਰੀ ਚੋਰੀ ਫੜੀ ਗਈ ਹੋਵੇ। ਮੈਂ ਤਾਂ ਆਪਣੇ ਵੱਲੋਂ ਪੂਰੀ ਸਾਵਧਾਨੀ ਰੱਖਦਾ ਰਿਹਾ ਹਾਂ, ਪਰ ਪਤਾ ਨਹੀਂ ਨੌ ਨੂੰ ਕਿਵੇਂ ਭਿਣਕ ਪੈ ਗਈ। ਦੇਖਿਆ ਜਾਵੇ ਹਰਕਤਾਂ ਮੇਰੀਆਂ ਪਾਗਲਾਂ ਵਾਲੀਆਂ ਹੀ ਹਨ, ਪਰ ਮੈਂ ਵੀ ਕੀ ਕਰਾਂ। ਹਰ ਵੇਲੇ ਮੈਨੂੰ ਸਤੀਸ਼ ਦਾ ਝੋਰਾ ਲੱਗਿਆ ਰਹਿੰਦਾ ਹੈ। ਮੈਂ ਇੱਕ ਬਾਪ ਹਾਂ ਜੋ ਆਪਣੇ ਬੱਚੇ ਦੀ ਫਿਕਰ ਕਰ ਰਿਹਾ ਹਾਂ, ਪਰ ਪਾਗਲਾਂ ਵਰਗੀ ਫਿਕਰ। ਮੈਨੂੰ ਹਰ ਰੋਜ਼ ਸੁਪਨੇ ਵਿੱਚ ਕਿਸ਼ਨ ਸਿੰਘ ਦਾ ਮੁੰਡਾ ਦਿਖਾਈ ਦਿੰਦਾ ਹੈ। ਉਸਦੇ ਚਿਹਰੇ ਤੇ ਹਲਕੀ ਜਿਹੀ ਵਿਅੰਗ ਭਰੀ ਮੁਸਕਰਾਹਟ ਹੁੰਦੀ ਹੈ। ਉਹ ਮੇਰੇ ਵੱਲ ਦੇਖਦਾ ਹੈ ਅਤੇ ਹੱਥ ਵਿਚਲੇ ਰਿਵਾਲਵਰ ਦਾ ਘੋੜਾ ਦੱਬ ਦਿੰਦਾ ਹੈ। ਅਚਾਨਕ ਉਸਦਾ ਚਿਹਰਾ ਸਤੀਸ਼ 'ਚ ਬਦਲ ਜਾਂਦਾ ਹੈ। ਸਤੀਸ਼ ਦੀ ਅੱਖ 'ਚ ਹੰਝੂ ਹੈ ਤੇ ਉਹ ਮੈਨੂੰ ਬੁਲਾ ਰਿਹਾ ਹੈ। ਮੇਰੀ ਅੱਖ ਖੁੱਲ੍ਹ ਜਾਂਦੀ ਹੈ ਤੇ ਮੈਂ ਪਸੀਨੋ ਪਸੀਨੀ ਹੋਇਆ ਸਤੀਸ਼ ਦੇ ਕਮਰੇ ਵੱਲ ਉੱਠ ਕੇ ਭੱਜਦਾ ਹਾਂ। 3 ਫਰਵਰੀ। ਪਾਗਲ ਪਾਗਲ ਪਾਗਲ। ਸਤੀਸ਼ ਬੁਖਲਾਹਟ 'ਚ ਆ ਕੇ ਤੇਜ਼ੀ ਨਾਲ ਡਾਇਰੀ ਦੇ ਪੰਨੇ ਪੜ੍ਹਨ ਲੱਗਿਆ। ਇੱਕ ਇੱਕ ਪੰਨੇ ਨੂੰ ਕਈ ਵਾਰ ਅੱਖਾਂ 'ਚੋਂ ਹੰਝੂਆਂ ਦੀਆਂ ਧਾਰਾਂ ਵਹਿ ਰਹੀਆਂ ਸਨ। ਕਿੰਨੇ ਹੀ ਵਾਰ ਡੈਡੀ ਨੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਤਾਂ ਸਿੱਧੇ ਮੂੰਹ ਉਹਨਾਂ ਨਾਲ ਗੱਲ ਹੀ ਨਹੀਂ ਕਰਦਾ ਸੀ। ਗਲਤਫਹਿਮੀ ਅਤੇ ਚੁੱਪ ਦੀ ਇੱਕ ਦੀਵਾਰ ਉਹਨਾਂ ਦੇ ਵਿਚਕਾਰ ਖੜੀ ਹੋ ਗਈ ਸੀ। ਜਦੋਂ ਉਹਨਾਂ ਦੇ ਜ਼ਿੰਦਗੀ ਦੇ ਤਜਰਬੇ ਤੋਂ ਉਹ ਕੋਈ ਲਾਹਾ ਲੈ ਸਕਦਾ ਸੀ, ਉਹ ਹੋਰ ਡਾਇਰੀ ਪੜ੍ਹਨ ਦੀ ਉਸ 'ਚ ਹਿੰਮਤ ਨਹੀਂ ਸੀ ਤੇ ਉਹ ਸਿੱਧਾ ਡਾਇਰੀ ਦੇ ਆਖਰੀ ਪੰਨੇ ਤੇ ਪਹੁੰਚ ਗਿਆ। 15 ਫਰਵਰੀ। ਸਤੀਸ਼ ਤੇ ਨੌ ਦੋਵੇਂ ਮੇਥੋਂ ਟੁੱਟੇ ਰਹਿੰਦੇ ਹਨ। ਆਪਸ 'ਚ ਵੀ ਕਈ ਵਾਰ ਉਹਨਾਂ ਦਾ ਬੋਲ ਬੁਲਾਰਾ ਹੋ ਜਾਂਦਾ ਹੈ। 1000 ਵਾਰ ਖੁਦ ਨੂੰ ਰੋਕਦਾ ਹਾਂ ਕਿ ਨਾ ਉਸਦੇ ਕਮਰੇ ਕੋਲ ਜਾਵਾਂ। ਉਹਨਾਂ ਦੀ ਆਪਣੀ ਵੀ ਨਿੱਜੀ ਜ਼ਿੰਦਗੀ ਹੈ, ਪਰ ਫਿਰ ਵੀ ਦਿਲ ਹੱਥੋਂ ਮਜਬੂਰ ਹੋ ਜਾਂਦਾ ਹਾਂ। ਜਿੰਨਾ ਚਿਰ ਸਤੀਸ਼ ਦੇ ਕਮਰੇ ਦੇ ਦਰਵਾਜ਼ੇ ਨਾਲ ਕੰਨ ਲਗਾ ਕੇ ਸਾਰਾ ਕੁਝ ਠੀਕ ਠਾਕ ਹੈ ਦੀ ਤਸੱਲੀ ਨਾ ਕਰ ਲਵਾਂ, ਮਨ ਨੂੰ ਚੈਨ ਨਹੀਂ ਆਉਂਦਾ ਤੇ ਕਈ ਵਾਰ ਤਾਂ ਬੇਚੈਨੀ ਇੰਨੀ ਵੱਧ ਜਾਂਦੀ ਹੈ ਕਿ ਰਾਤ ਨੂੰ ਕਈ ਚੱਕਰ ਲਾ ਦਿੰਦਾ ਹਾਂ। ਮੈਨੂੰ ਅੰਦਰੋਂ ਅੰਦਰੀ ਇਹੀ ਗੱਲ ਖਾਈ ਜਾਂਦੀ ਹੈ ਕਿ ਸਤੀਸ਼ ਮੇਰੇ ਬਾਰੇ ਕੀ ਸੋਚਦਾ ਹੋਵੇਗਾ। ਹਿੰਮਤ ਹੀ ਨਹੀਂ ਪੈਂਦੀ ਕਿ ਉਸਨੂੰ ਦੱਸਾਂ। ਮੇਰੇ ਅੰਦਰਲਾ ਡਰ ਮੈਨੂੰ ਟਿਕਣ ਨਹੀਂ ਦਿੰਦਾ, ਮੈਨੂੰ ਪਾਗਲ ਕਰ ਰੱਖਿਆ ਹੈ। ਜੇਕਰ ਉਹਨੇ ਯਕੀਨ ਨਾ ਕਰਿਆ ਤਾਂ ਮੈਂ ਤਾਂ ਜਿਉਂਦਾ ਹੀ ਮਰ ਜਾਊਂ। ਸਤੀਸ਼ ਦੇ ਹੱਥੋਂ ਡਾਇਰੀ ਛੁੱਟ ਗਈ। ਅੱਖਾਂ ਵਿੱਚੋਂ ਹੰਝੂਆਂ ਦੀਆਂ ਧਾਰਾਂ ਵਹਿਣ ਲੱਗੀਆਂ। ਧੰਨਵਾਦ।